हाँ जी, अज का अपना टॉपिक है नॉलेज ऑर्गेनाइजेशन एंड मैनिपुलेशन। आप ਹੁਣ तक पढ़िया है ना नॉलेज बारे कि नॉलेज बेस्ड सिस्टम होगा, नॉलेज ਨੂੰ ਆਪਾਂ ਕਿਵੇਂ ਐਕਵਾਇਰ ਕਰਨਾ, ਕਿਵੇਂ ਆਪਾਂ ਨੌਲੇਜ ਨੂੰ ਗੇਨ ਕਰਨਾ। ਠੀਕ ਹੈ, ਨੌਲੇਜ ਨੂੰ ਗੇਨ ਕਰਨ ਤੋਂ ਬਾਅਦ ਕੀ ਉਹਦੀ ਔਰਗੇਨਾਈਜੇਸ਼ਨ ਕਿਹੋ ਜਿਹੀ ਹੋਊਗੀ, ਉਹਦਾ ਸਟਰਕਚਰ ਕਿਹੋ ਜਿਹਾ ਹੋਊਗਾ, ਕਿਸ ਤਰੀਕੇ ਆਪਾਂ ਉਹਨੂੰ ਕੀ ਹੈ ਸੇਵ ਕਰਕੇ ਰੱਖਾਂਗੇ, ਤਾਂ ਉਹਦਾ ਬਣਤਰ ਕੀ ਹੋਊਗੀ, ਕਿਹੋ ਜਿਹਾ ਸਟਰਕਚਰ ਆਪਾਂ ਲਵਾਂਗੇ, ਕਿਹੋ ਜਿਹੇ ਸਟਰਕਚਰ ਦੇ ਵਿੱਚ ਆਪਾਂ ਯਾਨੀ ਇਨਫੋਰਮੇਸ਼ਨ ਆਪਾਂ ਨੂੰ ਅਵੇਲੇਬਲ ਹੋਊਗੀ। ਯੂਜ਼ਰ ਨੂੰ ਜੇਕਰ ਕੋਈ ਨੌਲੇਜ ਚਾਹੀਦੀ ਹੈ ਤਾਂ ਉਹਨੂੰ ਕਿਸ ਤਰੀਕੇ ਦਾ ਸਟਰਕਚਰ ਮਿਲੂਗਾ ਨੌਲੇਜ ਦੇ ਲਈ, ਕਿ ਨੌਲੇਜ ਉਹਨੂੰ ਪ੍ਰੋਪਰ ਕਿਸੇ ਸਪੈਸੀਫਿਕ ਸਬਜੈਕਟ ਅਕੋਰਡਿੰਗ ਮਿਲੂ, ਜਰਨਲ ਸਬਜੈਕਟ ਅਕੋਰਡਿੰਗ ਮਿਲੂ। ਤਾਂ ਇਹ ਸਾਰਾ ਕੀ ਆਪਾਂ ਔਰਗਨਾਈਜੇਸ਼ਨ ਦੇ ਵਿੱਚ ਅੱਜ ਰੀਡ ਕਰਾਂਗੇ। ਤਾਂ ਪਹਿਲਾਂ ਦਿੱਤਾ ਇਹਨਾਂ ਨੇ ਨੌਲੇਜ ਔਰਗਨਾਈਜੇਸ਼ਨ ਸਟਰਕਚਰ, KOS ਵੀ ਕਹਿ ਦਿੰਦੇ ਇਹਨੂੰ। ਔਰਗਨਾਈਜੇਸ਼ਨ ਦਾ ਸਟਰਕਚਰ ਕਿਹੋ ਜਿਹਾ ਹੋਊਗਾ। ਠੀਕ ਹੈ, the basis of any modern KOS is an assembly and display of words or phrases with some indication of semantic relations between them। ਕਿ ਆਪਾਂ ਨੌਲੇਜ ਦਾ ਸਟਰਕਚਰ ਕਿਸ ਬੇਸ 'ਤੇ ਡਿਸਪਲੇ ਕਰਾਂਗੇ ਕਿ ਉਹਨਾਂ ਦੇ ਵਿੱਚ ਮੰਨ ਲਓ 2 ਜਾਂ 2 ਤੋਂ ਵੱਧ ਆਪਣੇ ਕੋਲ ਕੀ ਹੈ ਵਰਡ ਜਾਂ ਫਰੇਜ਼ ਹੈਗੇ। ਜਿਵੇਂ ਇੰਗਲਿਸ਼ ਦੇ ਵਿੱਚ ਹੁੰਦਾ 2 ਵਰਡ ਹੁੰਦੇ, 2 ਫਰੇਜ਼ ਹੁੰਦੇ, ਤਾਂ ਆਪਾਂ ਉਹਨਾਂ ਨੂੰ ਉਸ ਤਰੀਕੇ ਆਪਾਂ ਲਿਖਦੇ ਹਾਂ, ਉਸ ਤਰੀਕੇ ਦਾ ਉਹਦਾ ਸਟਰਕਚਰ ਹੁੰਦਾ ਕਿ ਉਹ ਕੀ ਰਿਲੇਟ ਕਰਨ ਇੱਕ ਦੂਜੇ ਨੂੰ, ਉਹਨਾਂ ਦਾ ਰਿਲੇਸ਼ਨ ਕਿਹੋ ਜਿਹਾ, ਉਹਨਾਂ ਦਾ 2 ਫਰੇਜ਼ ਦਾ ਜਾਂ 2 ਵਰਡ ਦਾ ਆਪਸ ਵਿੱਚ ਰਿਲੇਸ਼ਨ ਦੇਖ ਕੇ ਉਸੇ ਅਕੋਰਡਿੰਗ ਕੀ ਆਪਾਂ ਉਹਨਾਂ ਨੂੰ ਇੰਡੀਕੇਟ ਕੀਤਾ ਜਾਂਦਾ। ਇਸੇ ਤਰੀਕੇ ਨੌਲੇਜ ਨੂੰ ਕੀ ਕਰਾਂਗੇ ਆਪਾਂ, ਨੌਲੇਜ ਦਾ ਆਪਸ ਵਿੱਚ ਰਿਲੇਸ਼ਨ ਕੀ ਹੋਊਗਾ, ਆਪਸ ਵਿੱਚ ਉਹਨਾਂ ਨੂੰ ਆਪਾਂ ਕਿਵੇਂ ਡਿਫਾਈਨ ਕਰਨਾ, ਇੱਕ ਦੂਜੇ 'ਤੇ ਡਿਪੈਂਡੈਂਟ ਕਿਵੇਂ ਹੈਗੇ ਨੇ ਨੌਲੇਜ, ਉਸ ਤਰੀਕੇ ਆਪਾਂ ਉਹਦਾ ਸਟਰਕਚਰ ਹੈ ਜਿਹੜਾ ਡਿਫਾਈਨ ਕਰਾਂਗੇ। ਉਸੇ ਤਰੀਕੇ ਆਪਾਂ ਉਹਨੂੰ ਕੀ ਹੈ ਰੀਪ੍ਰਜੈਂਟ ਕਰਾਂਗੇ। ਦਿਸ ਇਜ਼ ਅ ਡੈਫੀਨੇਸ਼ਨ ਦੈਟ ਵੁੱਡ ਕਵਰ ਡਿਕਸ਼ਨਰੀਜ਼, ਗਲੋਸਰੀਜ਼। ਮੀਨਜ਼ ਕੀ ਹੈ ਕਿ ਦੇਖੋ ਜਿਵੇਂ ਡਿਕਸ਼ਨਰੀ ਦੇ ਵਿੱਚ ਹੁੰਦੀ ਹੈ ਅਲਫਾਬੈਟੀਕਲ ਆਪਣੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ, ਸਿਮੈਂਟਿਕ ਨੈਟ ਲੈਣੇ ਆ, ਕੋਈ ਸਟਰਕਚਰ ਕ੍ਰੀਏਟ ਕਰਨਾ, ਫਰੇਮ ਦੇ ਵਿੱਚ ਨੌਲੇਜ ਰੀਪ੍ਰਜੈਂਟ ਕਰਨੀ ਹੈ, ਕੋਈ ਆਪਾਂ ਲਿਸਟ ਦੇ ਅਕੋਰਡਿੰਗ ਰੀਪ੍ਰਜੈਂਟ ਕਰਨੀ ਹੈ ਨੌਲੇਜ। ਤਾਂ ਆਪਾਂ ਇਹਨਾਂ ਸਾਰੀਆਂ ਮਤਲਬ ਜਦੋਂ ਆਪਾਂ ਸੋਚਦੇ ਹਾਂ ਕਿ ਕਿਸ ਫਰੇਮ ਹੈ ਜਾਂ ਫਰੇਮ ਕ੍ਰੀਏਟ ਕਰਨਾ ਜਾਂ ਸਿਮੈਂਟਿਕ ਨੈਟ ਜਾਂ ਕੋਈ ਸਟਰਕਚਰ ਕ੍ਰੀਏਟ ਕਰਨਾ, ਇਹ ਸਾਰਾ ਕੀ ਹੈ ਡੈਫੀਨੇਸ਼ਨ ਦੇ ਬਹੁਤ 'ਚ ਆਉਂਦਾ ਸਟਰਕਚਰ ਦੇ ਵਿੱਚ ਕਿ ਕਿਹੋ ਜਿਹਾ ਸਟਰਕਚਰ ਹੋਊਗਾ ਨੌਲੇਜ ਦਾ, ਕਿਹੋ ਜਿਹੀ ਉਹਦਾ ਆਪਾਂ ਕੀ ਆ ਔਰਗਨਾਈਜੇਸ਼ਨ ਆਪਾਂ ਕਰਨੀ ਹੈਗੀ ਹੈ। ਫਿਰ ਕੀ ਆਪਣੇ ਕੋਲ 4 ਤਰ੍ਹਾਂ ਦੀਆਂ ਟਰਮਸ ਦਿੱਤੀਆਂ ਗਈਆਂ। ਜੈਨਰਿਕ ਸਰਵੇ, ਇਹਦੇ ਵਿੱਚ ਕੀ ਹੈ ਕਿ ਨੌਲੇਜ ਨੂੰ ਇਹੋ ਜਿਹਾ ਜਿੱਦਾਂ ਆਪਾਂ ਜਰਨਲੀ ਸਟੋਰ ਕਰਵਾ ਕੇ ਰੱਖਾਂਗੇ ਜਰਨਲੀ ਸਰਵੇ ਅਕੋਰਡਿੰਗ, ਤਾਂ ਜਦੋਂ ਯੂਜ਼ਰ ਫਾਈਂਡ ਆਊਟ ਕਰੂਗਾ ਨੌਲੇਜ ਤਾਂ ਉਹਨੂੰ ਕਿਸ ਤਰੀਕੇ ਨੌਲੇਜ ਹੈ ਜਿਹੜੀ ਆਪਣੀ ਸਟਰਕਚਰ ਦੇ ਵਿੱਚੋਂ ਮਿਲੂਗੀ। ਜੈਨਰਿਕ ਸਰਵੇ ਦੇ ਵਿੱਚ ਕੀ ਹੈ, ਜਦੋਂ ਕੋਈ ਯੂਜ਼ਰ ਹੈ ਆਪਣਾ ਆਈਟਮ ਕੋਈ ਫਾਈਂਡ ਆਊਟ ਕਰੂਗਾ, ਨੌਲੇਜ ਦੀ ਕੋਈ ਵੀ ਸਿਲੈਕਟ ਕਰੂਗਾ ਆਈਟਮ ਹੈ ਨਾ, ਵੀ ਮੈਨੂੰ ਆਹ ਵਾਲੀ ਨੌਲੇਜ ਚਾਹੀਦੀ ਹੈ, ਤਾਂ ਉਹਨੂੰ ਨੌਲੇਜ ਜਨਰਲ ਸਬਜੈਕਟ ਦੇ ਰੈਲੇਵੈਂਟ ਮਿਲੂਗੀ। ਜਨਰਲ ਮੀਨਜ਼ ਕਿ ਕੋਈ ਸਪੈਸੀਫਿਕ ਸਬਜੈਕਟ ਨਹੀਂ ਹੋਊਗਾ। ਜ਼ਰੂਰੀ ਨਹੀਂ ਕਿ ਜੇਕਰ ਮੰਨ ਲਓ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਾਂ ਕੰਪਿਊਟਰ ਡਿਪਾਰਟਮੈਂਟ ਦੇ ਵਿੱਚ ਕੋਈ ਆਪਾਂ ਪਰਟੀਕੂਲਰ ਸਬਜੈਕਟ ਦੀ ਨੌਲੇਜ ਗੇਨ ਕਰੀਏ। ਠੀਕ ਹੈ, ਪਰਟੀਕੂਲਰ ਸਬਜੈਕਟ ਆਪਾਂ ਲਿਖਾਂਗੇ ਜਾਂ ਆਪਾਂ ਕੋਈ ਟੋਪਿਕ ਹੁੰਦਾ ਜਿਹੜਾ ਪਰਟੀਕੂਲਰ ਸਬਜੈਕਟ ਨੂੰ ਰਿਲੇਟ ਕਰਦਾ ਹੁੰਦਾ। ਜਿਵੇਂ ਆਪਾਂ CN ਦੇ ਵਿੱਚ ਕੀਤੇ ਸੀਗੇ ਸਬਜੈਕਟ ਕੰਜੈਸ਼ਨ। ਠੀਕ ਹੈ, ਕੰਜੈਸ਼ਨ ਹੁੰਦਾ ਕਿ ਇੱਕ ਆਪਾਂ ਕਹਿ ਸਕਦੇ ਟਰੈਫਿਕ ਜਿਹੜਾ ਜ਼ਿਆਦਾ ਇਕੱਠਾ ਹੋ ਗਿਆ। ਠੀਕ ਹੈ, ਆਪਾਂ ਪੜ੍ਹਿਆ ਸੀ ਕੰਜੈਸ਼ਨ ਦੇ ਵਿੱਚ। ਕੰਜੈਸ਼ਨ ਜੇਕਰ ਆਪਾਂ ਵਿੱਚ ਸਪੈਸੀਫਿਕ ਮੈਂਸ਼ਨ ਕਰਾਂਗੇ ਕਿ ਕੰਜੈਸ਼ਨ ਇਨ CN, ਕਿ ਕੰਪਿਊਟਰ ਨੈਟਵਰਕ ਦੇ ਵਿੱਚ ਕੰਜੈਸ਼ਨ ਕੀ ਹੁੰਦਾ, ਤਾਂ ਆਪਾਂ ਨੂੰ ਉਸ ਅਕੋਰਡਿੰਗ ਜਿਹੜੀ ਨੌਲੇਜ ਪ੍ਰੋਵਾਈਡ ਕੀਤੀ ਜਾਊਗੀ। ਜੇਕਰ ਆਪਾਂ ਸਿੰਪਲੀ ਕੰਜੈਸ਼ਨ ਬਾਰੇ ਪੜ੍ਹਾਂਗੇ, ਆਪਾਂ ਵਿੱਚ ਕੰਪਿਊਟਰ ਨੈਟਵਰਕ ਨਾ ਐਡ ਕਰੀਏ, ਤਾਂ ਆਪਾਂ ਨੂੰ ਉਸ ਅਕੋਰਡਿੰਗ ਜਿਹੜੀ ਹੈ ਨੌਲੇਜ ਜਿਹੜੀ ਪ੍ਰੋਵਾਈਡ ਕੀਤੀ ਜਾਊਗੀ। ਤਾਂ ਦੋਨਾਂ ਵਿੱਚ ਤੁਸੀਂ ਕਰਕੇ ਦੇਖ ਸਕਦੇ ਹੋ। ਜੇਕਰ ਤੁਸੀਂ ਪ੍ਰੋਪਰ ਸਬਜੈਕਟ ਮੈਂਸ਼ਨ ਕਰੋਗੇ ਵਿੱਚ, ਤਾਂ ਉਹ ਆਪਣੀ ਸਪੈਸੀਫਿਕ ਸਰਚ ਹੋਊਗੀ। ਜਿੱਥੇ ਆਪਾਂ ਕਿਸੇ ਟੋਪਿਕ ਨੂੰ ਲਿਖ ਕੇ ਨਾਲ ਉਹਦੀ ਪ੍ਰੋਪਰ ਆਪਾਂ ਸਬਜੈਕਟ ਲਿਖਦੇ ਹਾਂ, ਕਿਸੇ ਸਪੈਸੀਫਿਕ ਟੋਪਿਕ ਨੂੰ ਸਰਚ ਕਰਦੇ ਹਾਂ ਕਿ ਇਸੇ ਸਬਜੈਕਟ ਦਾ ਇਹੀ ਸਪੈਸੀਫਿਕ ਟੋਪਿਕ ਸਾਨੂੰ ਚਾਹੀਦਾ, ਉਹ ਹੁੰਦੀ ਆਪਣੀ ਸਪੈਸੀਫਿਕ ਸਰਚ। ਬਟ ਨੋਰਮਲੀ ਜੇਕਰ ਆਪਾਂ ਸਰਚ ਕਰਦੇ ਹਾਂ ਵਿਦਾਊਟ ਸਬਜੈਕਟ ਦਾ ਨੇਮ ਮੈਂਸ਼ਨ ਕੀਤੇ, ਤਾਂ ਉਹ ਆਪਣੀ ਹੋਊਗੀ ਜੈਨਰਿਕ ਸਰਵੇ ਜਾਂ ਜੈਨਰਿਕ ਸਰਚ ਆਪਾਂ ਉਹਨੂੰ ਬੋਲ ਸਕਦੇ ਹਾਂ। ਸਿਕੁਐਂਸ਼ੀਅਲ ਮੈਨੇਜਮੈਂਟ, ਸਿਕੁਐਂਸ਼ੀਅਲ ਮੈਨੇਜਮੈਂਟ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਡਾਟਾ ਜਾਂ ਆਈਟਮ ਸਟੋਰ ਹੈ ਸੀਕੁਐਂਸ ਦੇ ਵਿੱਚ ਹੁੰਦੀ ਹੈ ਆਈਟਮ ਜਿਹੜੀ ਆਪਣੀ ਸਟੋਰ ਹੈ, ਅਤੇ ਉਹਦਾ ਕੀ ਇੱਕ ਮੀਨਿੰਗਫੁੱਲ ਵੇ ਦੇ ਵਿੱਚ ਸਟੋਰ ਹੁੰਦੀ ਹੈ। ਅਤੇ ਇਹ ਆਪਾਂ ਨੂੰ ਕੀ ਹੈ ਜਿਹੜੀ ਸਿਕੁਐਂਸ਼ੀਅਲ ਅਰੇਂਜਮੈਂਟ ਹੈਗੀ ਹੈ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਵੇ ਹੈਗਾ ਨੌਲੇਜ ਦਾ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਮੀਨਿੰਗਫੁੱਲ ਨੌਲੇਜ ਮਿਲਦੀ ਆ।
ਇੱਕ ਸੀਕੁਐਂਸ ਦੇ ਵਿੱਚ ਅਰੇਂਜ ਹੁੰਦੀ ਹੈ, ਇੱਕ ਆਰਡਰ ਦੇ ਵਿੱਚ ਸਟੋਰ ਹੁੰਦੀ ਹੈ। ਚੋਇਸ ਆਫ ਸਰਚ ਆਈਟਮਸ, ਅਤੇ ਇਹਦੇ ਵਿੱਚ ਕੀ ਹੈ, ਇੱਕ ਆਪਣੇ ਕੋਲ ਸਰਚ ਦੀ ਆਪਸ਼ਨ ਹੁੰਦੀ ਹੈ ਕਿ ਆਪਾਂ ਜਿਹੜੀ ਰਿਲੇਟਡ ਆਈਟਮ ਸਰਚ ਕਰਨਾ ਚਾਹੁੰਦੇ ਹਾਂ, ਜਿਹੜੀ ਰਿਲੇਟਡ ਆਈਟਮ ਆਪਾਂ ਯੂਜ਼ ਕਰਨੀ ਚਾਹੁੰਦੇ ਹਾਂ, ਉਹਨੂੰ ਕੀ ਆਪਾਂ ਸਪੈਸੀਫਿਕ ਨੇਮ ਦੇ ਕੇ ਸਰਚ ਕਰਾਂਗੇ ਤਾਂ ਆਪਾਂ ਨੂੰ ਕੀ ਹੈ ਪਰਟੀਕੂਲਰ ਪੁਆਇੰਟ ਹੀ ਨੌਲੇਜ ਦਾ ਜਿਹੜਾ ਉਸ ਟਾਈਮ 'ਤੇ ਕੀ ਹੈ ਸ਼ੋ ਹੋਏਗਾ। ਫਿਰ ਇਹਨਾਂ ਨੇ ਦਿੱਤਾ ਆਪਾਂ ਨੂੰ ਟਾਈਪਸ ਆਫ KOS, ਨੌਲੇਜ ਔਰਗਨਾਈਜੇਸ਼ਨ ਸਟਰਕਚਰ ਦੀਆਂ ਟਾਈਪਸ, ਕਿ ਉਹਦਾ ਸਟਰਕਚਰ ਕਿਹੜੇ ਕਿਹੜੇ ਟਾਈਪਸ ਦਾ ਹੋ ਸਕਦਾ ਹੈਗਾ। ਫਸਟ ਦਾ ਇਹਦੇ ਵਿੱਚ KOS ਟੁਕ ਦਾ ਫਾਰਮ ਆਫ ਸਟੈਟਿਕ ਸਟਰਕਚਰ। ਸਟੈਟਿਕ ਸਟਰਕਚਰ ਹੁੰਦਾ ਸੀ ਸਭ ਤੋਂ ਪਹਿਲਾਂ ਕੀ ਹੈ ਨੌਲੇਜ ਦਾ, ਜਿਵੇਂ ਕਿ ਸਬਜੈਕਟ ਇੰਡੈਕਸ ਔਨ ਪੇਪਰ 'ਤੇ ਆਪਣੀ ਸਾਰੀ ਨੌਲੇਜ ਹੈ ਜਿਹੜੀ ਲਿਖੀ ਜਾਂਦੀ ਸੀਗੀ। ਠੀਕ ਹੈ, ਸਭ ਤੋਂ ਪਹਿਲਾਂ ਫਸਟ ਈਰਾ ਮਤਲਬ ਕਿ ਸ਼ੁਰੂ ਦੇ ਵਿੱਚ ਫਸਟ ਈਰਾ ਦਾ ਸਟਾਰਟਿੰਗ ਪੀਰੀਅਡ ਹੁੰਦਾ ਜਦੋਂ ਆਪਾਂ ਨੌਲੇਜ ਔਰਗਨਾਈਜੇਸ਼ਨ ਜਿਹੜੀ ਹੈਗਾ ਨੌਲੇਜ ਬੇਸਡ ਸਿਸਟਮ ਤਿਆਰ ਕੀਤਾ ਸੀ, ਨੌਲੇਜ ਔਰਗਨਾਈਜੇਸ਼ਨ ਸਟਰਕਚਰ ਉਹਦੇ ਵਿੱਚ ਸਭ ਤੋਂ ਪਹਿਲਾਂ ਯੂਜ਼ ਕੀਤਾ ਸੀਗਾ ਤਾਂ ਸਟੈਟਿਕ ਸਟਰਕਚਰ ਹੁੰਦਾ ਸੀ। ਸਟੈਟਿਕ ਹੁੰਦਾ ਜਿਹੜਾ ਫਿਕਸ ਹੁੰਦਾ, ਉਹਦੇ ਵਿੱਚ ਕੋਈ ਚੇਂਜਸ ਨਹੀਂ ਕੀਤੇ ਜਾ ਸਕਦੇ। ਇੱਕ ਵਾਰ ਆਪਾਂ ਸਟਰਕਚਰ ਕ੍ਰੀਏਟ ਕਰ ਲਿਆ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਚੇਂਜਸ ਨਹੀਂ ਕਰ ਸਕਦੇ। ਠੀਕ ਹੈ, ਤਾਂ ਹੀ ਇਹਨਾਂ ਨੇ ਕਿਹਾ ਕਿ ਸਬਜੈਕਟ ਪੇਪਰ 'ਤੇ ਜਿਹੜਾ ਸਾਰਾ ਸਟਰਕਚਰ ਬਣਾਇਆ ਜਾਂਦਾ ਸੀ। ਹੁਣ ਦੇਖੋ ਪੇਪਰ 'ਤੇ ਆਪਾਂ ਇੱਕ ਵਾਰ ਨੌਲੇਜ ਲਿਖ ਲਈ, ਆਪਾਂ ਜੇ ਉਹਦੇ ਵਿੱਚ ਚੇਂਜ ਕਰਨੇ ਤਾਂ ਆਪਾਂ ਨੂੰ ਦੁਬਾਰਾ ਤੋਂ ਸਾਰਾ ਪੇਪਰ ਹੀ ਤਿਆਰ ਕਰਨਾ ਪਊਗਾ, ਆਪਾਂ ਉਹਦੇ ਵਿੱਚ ਚੇਂਜਸ ਨਹੀਂ ਕਰ ਸਕਦੇ। ਤਾਂ ਜਿਵੇਂ ਸ਼ੁਰੂ 'ਚ ਆਪਾਂ ਕਹਿ ਸਕਦੇ ਹਾਂ ਕਿ ਪੇਪਰ 'ਤੇ ਜਿਵੇਂ ਸ਼ੁਰੂ 'ਚ ਮੰਨ ਲਓ ਇੰਡੈਕਸ ਬਣਾਇਆ ਇਹਨਾਂ ਨੇ, ਠੀਕ ਹੈ, ਪੂਰੀ ਨੌਲੇਜ ਦਾ ਸ਼ੁਰੂ 'ਚ ਇੰਡੈਕਸ ਬਣਾਇਆ ਕਿ ਇਹ ਨੌਲੇਜ ਪ੍ਰੋਵਾਈਡ ਹੈ, ਤਾਂ ਪੇਪਰ 'ਤੇ ਆਪਾਂ ਕੀ ਹੈ ਉਹਦੇ ਵਿੱਚ ਚੇਂਜਸ ਨਹੀਂ ਕਰ ਸਕਦੇ ਸੀ। ਸੈਕਿੰਡ ਆਈ, ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸੈਕਿੰਡ ਟਾਈਪ ਆਈ ਪੋਸਟ ਕੋਆਰਡੀਨੇਟਰ। ਪੋਸਟ ਕੋਆਰਡੀਨੇਟਰ ਦੇ ਵਿੱਚ ਕੀ ਸੀ, ਡਾਟਾ ਸੀ ਪੰਚ ਕਾਰਡ ਦੇ ਵਿੱਚ ਜਾਂ ਫਿਰ ਕੰਪਿਊਟਰ ਦੀਆਂ ਫਾਈਲਾਂ ਦੇ ਵਿੱਚ ਸਟੋਰ ਹੋਣ ਲੱਗਿਆ, ਅਤੇ ਇਹ ਕੀ ਸੀ ਡਾਇਨਾਮਿਕਲੀ ਜਿਹਦੇ ਵਿੱਚ ਚੇਂਜ ਹੋ ਸਕਦੀ ਹੈ ਬਾਅਦ ਵਿੱਚ, ਕਿਉਂਕਿ ਜਦੋਂ ਆਪਣਾ ਡਾਟਾ ਕੰਪਿਊਟਰ 'ਤੇ ਸਟੋਰ ਹੋਊਗਾ ਤਾਂ ਕੰਪਿਊਟਰ 'ਤੇ ਚੇਂਜਸ ਕਰਨੇ ਬਹੁਤ ਈਜ਼ੀ ਹੁੰਦੇ ਆ। ਆਪਾਂ ਨਵਾਂ ਡਾਟਾ ਇਨਸਰਟ ਕਰ ਸਕਦੇ ਹਾਂ ਈਜ਼ੀਲੀ, ਪੁਰਾਣੇ ਕੋਈ ਡਿਲੀਟ ਕਰ ਸਕਦੇ ਹਾਂ ਈਜ਼ੀਲੀ, ਆਪਾਂ ਅਪਡੇਟ ਕਰ ਸਕਦੇ ਹਾਂ। ਉਹਦੇ ਵਿੱਚ ਕੀ ਆਪਾਂ ਨੂੰ ਹੈਡੇਕ ਨਹੀਂ ਹੁੰਦਾ ਜਦੋਂ ਆਪਾਂ ਕੰਪਿਊਟਰ 'ਤੇ ਡਾਟਾ ਜਿਹੜਾ ਡਾਇਨਾਮਿਕਲੀ ਸਟੋਰ ਕਰਵਾਉਣੇ ਤਾਂ ਉਹਦੇ ਵਿੱਚ ਟਾਈਮ ਟੂ ਟਾਈਮ ਜਿਹੜੇ ਚੇਂਜਸ ਕਰਦੇ ਰਹਿੰਦੇ ਆ। ਫਿਰ ਥਰਡ ਆਇਆ ਇੰਟਰਨੈਟ ਈਰਾ। ਥਰਡ ਕੀ ਸੀ ਕਿ ਇੰਟਰਨੈਟ ਦਾ ਆਪਣਾ ਜਿਹੜਾ ਟਾਈਮ ਆ ਗਿਆ ਟਾਈਮ ਪੀਰੀਅਡ ਜਦੋਂ ਇੰਟਰਨੈਟ ਦਾ ਯੂਜ਼ ਹੋਣ ਲੱਗਿਆ, ਔਨਲਾਈਨ ਡਾਟਾ ਸਰਚ ਹੋਣ ਲੱਗਿਆ। ਇੰਟਰਨੈਟ ਦੇ ਵੇਲੇ ਕੀ ਸੀਗਾ ਕਿ ਆਪਾਂ ਪਹਿਲਾਂ ਸੀਗਾ ਸਿੰਪਲ ਕੰਪਿਊਟਰ 'ਤੇ ਹੁੰਦਾ ਸੀ, ਤਾਂ ਜਿਹਨੂੰ ਡਾਟਾ ਚਾਹੀਦਾ ਸੀ ਹਰ ਇੱਕ ਨੂੰ ਆਪਣੇ ਜਿਹੜਾ ਸਿਸਟਮ 'ਤੇ ਹੈ ਆਪਣੇ ਕੰਪਿਊਟਰ ਸਿਸਟਮ 'ਤੇ ਡਾਟਾ ਸਟੋਰ ਕਰਵਾਉਣਾ ਪੈਂਦਾ ਸੀਗਾ। ਠੀਕ ਹੈ, ਫਿਰ ਹੀ ਉਹ ਨੌਲੇਜ ਨੂੰ ਯੂਜ਼ ਕਰ ਸਕਦਾ ਸੀਗਾ। ਬਟ ਜਦੋਂ ਥਰਡ ਈਰਾ ਆਇਆ, ਇੰਟਰਨੈਟ ਈਰਾ ਆਇਆ, ਉਹਦੇ ਵਿੱਚ ਕੀ ਸੀਗਾ ਔਨਲਾਈਨ ਸਰਚ ਹੋ ਜਾਂਦੀ ਸੀ, ਡਾਟਾ ਕੀ ਸੀ ਸਾਰਾ ਆਪਣੇ ਇੱਕ ਸਰਵਰ 'ਤੇ ਸਟੋਰ ਹੁੰਦਾ, ਜਾਂ ਨੌਲੇਜ ਆਪਾਂ ਕਹਿ ਦਈਏ ਇੱਕ ਮੇਨ ਪੁਆਇੰਟ 'ਤੇ ਨੌਲੇਜ ਆਪਣੀ ਜਿਹੜੀ ਹੈਗੀ ਹੈ ਸਟੋਰ ਹੁੰਦੀ ਹੈ। ਉਹਦਾ ਆਪਾਂ ਨੂੰ URL ਯੂਨੀਵਰਸਲ ਰਿਸੋਰਸ ਲੋਕੇਟਰ ਐਡਰੈਸ ਦਿੱਤਾ ਜਾਂਦਾ ਹੈਗਾ। ਆਪਾਂ ਉਹ ਜਿਹੜਾ ਐਡਰੈਸ ਸਰਚ ਕਰਕੇ ਕਿਤੇ ਵੀ ਬੈਠੇ ਉਸ ਨੌਲੇਜ ਨੂੰ ਜਿਹੜੀ ਯੂਜ਼ ਕਰ ਸਕਦੇ ਹਾਂ। ਮੇਨਲੀ ਇਹਦੇ ਵਿੱਚ ਕੀ ਸੀਗਾ ਜਦੋਂ ਕੰਪਿਊਟਰ ਫਾਈਲਾਂ ਦੇ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਸੀ ਤਾਂ ਹਰ ਇੱਕ ਯੂਜ਼ਰ ਜਿਹੜਾ ਆਪਾਂ ਕਹਿ ਦਈਏ ਹਰ ਇੱਕ ਯੂਜ਼ਰ ਜਿਹੜਾ ਕੰਪਿਊਟਰ ਨੂੰ ਯੂਜ਼ ਕਰਦਾ, ਹਰ ਇੱਕ ਕੰਪਿਊਟਰ 'ਤੇ ਅਲੱਗ-ਅਲੱਗ ਨੌਲੇਜ ਹੈ ਜਿਹੜੀ ਆਪਣੀ ਸਟੋਰ ਕੀਤੀ ਜਾਂਦੀ ਸੀਗੀ। ਬਟ ਥਰਡ ਈਰਾ ਦੇ ਵਿੱਚ ਕੀ ਸੀਗਾ ਕਿ ਜਿਹੜੀ ਨੌਲੇਜ ਹੈ ਇੱਕੋ ਜਗ੍ਹਾ ਮੇਨ ਸਰਵਰ 'ਤੇ ਸਟੋਰ ਕੀਤੀ ਜਾਂਦੀ ਹੈ, ਬਾਕੀ ਕੀ ਹੈ ਉਹਦਾ URL ਲਿਖ ਕੇ URL ਦੇ ਅਕੋਰਡਿੰਗ ਕੀ ਆਪਾਂ ਨੌਲੇਜ ਐਕਸੈਸ ਕਰ ਸਕਦੇ ਹਾਂ ਅਤੇ ਯੂਜ਼ ਕਰ ਸਕਦੇ ਹਾਂ। ਫਿਰ ਆਪਣਾ ਆਏਗਾ ਹੁਣ ਹੋਪਡ ਈਰਾ, ਜਿਹੜਾ ਕਿ ਆਪਾਂ ਸੋਚ ਰਹੇ ਹਾਂ ਅੱਗੇ ਆਊਗਾ। ਠੀਕ ਹੈ, ਇੰਟਰਨੈਟ ਦਾ ਯੁੱਗ ਹੁਣ ਹੈਗਾ, ਹੁਣ ਆਪਾਂ ਕੀ ਹੈ ਕੋਈ ਵੀ ਨੌਲੇਜ ਆਪਾਂ URL ਲਿਖ ਕੇ ਸਰਚ ਕਰ ਲੈਂਦੇ ਹਾਂ। ਤਾਂ ਹੀ ਉਹਨਾਂ ਨੇ ਲਿਖਿਆ ਦਾ ਹੋਪਡ ਫੋਰ ਈਰਾ, ਹੋਪਡ ਜਿਹਦੀ ਆਪਾਂ ਕਾਮਨਾ ਕਰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਅੱਗੇ ਕੀ ਆ ਆਪਾਂ ਨੂੰ ਫਿਊਚਰ ਦੇ ਵਿੱਚ ਮਿਲਣਗੀਆਂ, ਆਪਾਂ ਨੂੰ ਸਿਮੈਂਟਿਕ ਵੈੱਬ ਮਿਲੂਗਾ। ਇਹਦੇ ਵਿੱਚ ਕੀ ਹੋਊਗਾ, ਜਿਹੜੀਆਂ ਇਹ ਵਾਲੀਆਂ ਸੀਗੀਆਂ ਅਗਲੀਆਂ ਫਸਟ ਸੈਕਿੰਡ ਥਰਡ, ਇਹ ਡਾਇਰੈਕਟ ਕਈ ਸੀ ਹਿਊਮਨ ਯੂਜ਼ੇਬਲ ਸੀਗੀਆਂ, ਹਿਊਮਨ ਯੂਜ਼ ਕਰਦਾ ਸੀ ਇਹਨਾਂ ਨੂੰ। ਬਟ ਹੁਣ ਆਪਾਂ ਇਹੋ ਜਿਹਾ ਸਿਸਟਮ ਬਣਾਵਾਂਗੇ ਜਿਹਨੂੰ ਕੀ ਹੈ ਸੋਫਟਵੇਅਰ ਏਜੰਟ ਜਾਂ ਫਿਰ ਕੀ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਆਪਣੀਆਂ ਮਸ਼ੀਨਸ ਹੀ ਉਸ ਨੌਲੇਜ ਨੂੰ ਯੂਜ਼ ਕਰਨਗੀਆਂ, ਹਿਊਮਨ ਜਿਹੜਾ ਇੰਟਰੈਕਟ ਨਹੀਂ ਕਰੂਗਾ। ਜਦੋਂ ਆਪਣੇ ਸਿਸਟਮ ਨੂੰ ਹੀ ਨੌਲੇਜ ਚਾਹੀਦੀ ਹੋਈ ਤਾਂ ਉਹ ਸਿਮੈਂਟਿਕ ਵੈੱਬ ਤੋਂ ਆਪਣਾ ਸਿਸਟਮ ਹੀ ਆਪਣੀ ਇੱਕ ਮਸ਼ੀਨ ਹੀ ਨੌਲੇਜ ਗੇਨ ਕਰੂਗੀ, ਹਿਊਮਨ ਦਾ ਇਹਦੇ ਵਿੱਚ ਕੋਈ ਵੀ ਇੰਟਰਫੇਅਰੈਂਸ ਨਹੀਂ ਹੋਊਗਾ। ਇਹਦੀਆਂ ਕਰੈਕਟਰਿਸਟਿਕਸ ਕੀ ਹੈਗੀਆਂ ਨੇ ਨੌਲੇਜ ਔਰਗਨਾਈਜੇਸ਼ਨ ਸਟਰਕਚਰ ਦੀਆਂ। ਨੌਲੇਜ ਦਾ ਔਰਗਨਾਈਜੇਸ਼ਨ ਆਫ ਨੌਲੇਜ ਇਨ ਮੈਮਰੀ ਇਜ਼ ਕੀ ਟੂ ਐਫੀਸ਼ੀਐਂਟ ਪ੍ਰੋਸੈਸਿੰਗ। ਇਹਦੇ ਵਿੱਚ ਕੀ ਹੈ ਦੇਖੋ ਨੌਲੇਜ ਜਦੋਂ ਆਪਣੀ ਇੱਕ ਔਰਗਨਾਈਜ਼ਡ ਵੇ ਦੇ ਵਿੱਚ ਹੋਈ, ਇੱਕ
ਵਧੀਆ ਸਟਰਕਚਰ ਦੇ ਵਿੱਚ ਹੋਈ ਤਾਂ ਉਹਨੂੰ ਕੀ ਹੈ ਐਫੀਸ਼ੀਐਂਟਲੀ ਆਪਾਂ ਪ੍ਰੋਸੈਸ ਕਰ ਸਕਦੇ ਹਾਂ, ਚੰਗੇ ਤਰੀਕੇ ਨਾਲ ਪ੍ਰੋਸੈਸ ਕਰ ਸਕਦੇ ਹਾਂ। ਅਤੇ ਇਹਦੇ ਜਿਹੜੇ ਟਾਸਕ ਹੈ ਉਹ ਵੀ ਪਰਫੋਰਮ ਵਧੀਆ ਹੋਣਗੇ, ਉਹਦੀ ਪਰਫੋਰਮੈਂਸ ਵਧੀਆ ਹੋਊਗੀ। ਜਦੋਂ ਉਹਦਾ ਸਟਰਕਚਰ ਵਧੀਆ ਹੋਊਗਾ ਤਾਂ ਜਿਹੜੇ ਫੈਕਟ ਹੋਣਗੇ ਆਪਾਂ ਉਹਨਾਂ ਨੂੰ ਈਜ਼ੀਲੀ ਰਿਟਰੀਵ ਕਰ ਸਕਦੇ ਹਾਂ, ਸਟਰਕਚਰ ਦੇ ਵਿੱਚੋਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਹਾਂ, ਈਜ਼ੀਲੀ ਉਹਨਾਂ ਦੀ ਲੋਕੇਸ਼ਨ ਹੈ ਜਿਹੜੀ ਫਾਈਂਡ ਆਊਟ ਕਰ ਸਕਦੇ ਹਾਂ। ਨੌਲੇਜ ਕਹਿੰਦੇ ਆਪਾਂ ਮੈਮਰੀ ਦੇ ਵਿੱਚ ਈਜ਼ੀਲੀ ਸਟੋਰ ਕਰਵਾ ਸਕਦੇ ਹਾਂ ਅਤੇ ਉਹਨੂੰ ਐਕਸੈਸ ਕਰਨ ਲਈ ਆਪਾਂ ਇੱਕ ਜਿਹੜੇ ਮੈਥਡ ਯੂਜ਼ ਕਰਦੇ ਹਾਂ ਇੰਡੈਕਸਿੰਗ, ਕਿ ਆਪਾਂ ਅੱਗੋਂ ਇੰਡੈਕਸਿੰਗ ਚੈੱਕ ਕਰਦੇ ਹਾਂ ਕਿ ਇਹ ਵਾਲਾ ਟੌਪਿਕ ਸਾਨੂੰ ਕਿੱਥੇ ਮਿਲੂਗਾ, ਅਤੇ ਜਿਹੜਾ ਉੱਥੇ ਪੇਜ ਨੰਬਰ, ਇੱਕ ਸਪੈਸੀਫਿਕ ਪੇਜ ਨੰਬਰ ਜਾਂ ਲੋਕੇਸ਼ਨ ਉਹਦੀ ਇਨਕਲੂਡ ਹੁੰਦੀ ਹੈ, ਉਸ ਲੋਕੇਸ਼ਨ 'ਤੇ ਜਾ ਕੇ ਕੀ ਆਪਾਂ ਉਹ ਨੌਲੇਜ ਗੇਨ ਕਰ ਸਕਦੇ ਹਾਂ। ਫਿਰ ਆਪਣਾ ਆਇਆ ਮੈਨੂਪਲੇਸ਼ਨ। ਦੇਖੋ ਔਰਗਨਾਈਜੇਸ਼ਨ ਕੀ ਹੈ, ਇੱਕ ਸਟਰਕਚਰ ਸੀਗਾ ਜਿਹਦੇ ਵਿੱਚ ਆਪਾਂ ਜਿਹੜੀ ਨੌਲੇਜ ਹੈ ਰੀਪ੍ਰਜੈਂਟ ਕਰਨੀ ਸੀਗੀ। ਹੁਣ ਕੀ ਆਪਾਂ ਮੈਨੂਪਲੇਟ ਕਰਨੀ ਹੈ। ਮੈਨੂਪਲੇਸ਼ਨ ਦੇ ਵਿੱਚ ਹੁੰਦਾ ਕਿ ਆਪਾਂ ਨੂੰ ਮੰਨ ਲਓ ਬਾਅਦ ਵਿੱਚ ਲੋੜ ਪਈ ਨਵੀਂ ਨੌਲੇਜ ਇਨਸਰਟ ਕਰਨ ਦੀ, ਮੈਨੂਪਲੇਟ ਕਰਨਾ, ਚੇਂਜਸ ਕਰਨੇ, ਉਹਦੇ ਵਿੱਚ ਨਵੀਂ ਨੌਲੇਜ ਇਨਸਰਟ ਕਰਨੀ ਹੈ, ਕੋਈ ਆਪਾਂ ਡਿਲੀਟ ਕਰਨੀ ਹੈ, ਕੋਈ ਆਪਾਂ ਅਪਡੇਟ ਕਰਨੀ ਹੈ, ਸਾਰੀਆਂ ਚੀਜ਼ਾਂ ਕੀ ਹੈ ਮੈਨੂਪਲੇਸ਼ਨ ਅਖਵਾਉਂਦੀਆਂ ਨੇ। ਮੈਨੂਪਲੇਟ ਕਰਨਾ। ਡਿਸੀਜ਼ਨਸ ਐਂਡ ਐਕਸ਼ਨਸ ਇਨ ਨੌਲੇਜ ਬੇਸਡ ਸਿਸਟਮ ਕਮ ਫਰੋਮ ਮੈਨੂਪਲੇਸ਼ਨ। ਦੇਖੋ ਡਿਸੀਜ਼ਨ ਜਾਂ ਐਕਸ਼ਨ ਕੋਈ ਪਰਫੋਰਮ ਕਰਨਾ, ਕੋਈ ਨੌਲੇਜ ਆਪਾਂ ਐਕਸ਼ਨ ਪਰਫੋਰਮ ਕਰਨਾ, ਨੌਲੇਜ ਤੋਂ ਕੋਈ ਡਿਸੀਜ਼ਨ ਲੈਣਾ, ਤਾਂ ਉਹਦੇ ਵਿੱਚ ਕੀ ਹੈ ਸਿਸਟਮ ਦੇ ਵਿੱਚ ਇਹ ਮੈਨੂਪਲੇਸ਼ਨ ਤੋਂ ਹੀ ਜਿਹੜੇ ਇਹ ਦੋਨੋਂ ਕੰਮ ਕੀਤੇ ਜਾਂਦੇ ਆ। ਇੱਕ ਸਪੈਸੀਫਿਕ ਵੇ ਹੁੰਦਾ ਮੈਨੂਪਲੇਟ ਕਰਨ ਦਾ। ਮੈਨੂਪਲੇਟ ਆਪਾਂ ਡਾਟਾ ਕਰਨਾ ਤਾਂ ਆਪਾਂ ਕਿਊਰੀਜ਼ ਵਗੈਰਾ ਜਿਹੜੀਆਂ ਯੂਜ਼ ਕਰਦੇ ਹਾਂ। ਤਾਂ ਜੇ ਆਪਾਂ ਨਵਾਂ ਡਾਟਾ ਦੇਣਾ ਤਾਂ ਮੇਨਲੀ ਆਪਣੀ ਇਨਪੁੱਟ ਕੀ ਹੈ, ਕੀਬੋਰਡ ਜਾਂ ਸੈਂਸਰ ਹੁੰਦੇ ਹੈ ਨਾ, ਇਹਨਾਂ ਨਾਲ ਹੀ ਕੀ ਆਪਾਂ ਆਪਦਾ ਗੋਲ ਜਾਂ ਫਿਰ ਆਪਦਾ ਡਿਸੀਜ਼ਨ ਹੈ ਜਿਹੜਾ ਇਨਪੁੱਟ ਦੇ ਕੇ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ। ਕੋਈ ਆਪਾਂ ਆਲ ਦਾ ਫਾਰਮਸ ਆਫ ਰੀਜ਼ਨਿੰਗ ਰਿਕੁਆਇਰ ਸਰਟੇਨ ਅਮਾਊਂਟ ਆਫ ਸਰਚਿੰਗ ਐਂਡ ਮੈਚਿੰਗ। ਤਾਂ ਮੈਨੂਪਲੇਸ਼ਨ ਦੇ ਲਈ ਕੀ ਪਹਿਲਾਂ ਆਪਾਂ ਨੂੰ ਡਾਟਾ ਸਰਚ ਕਰਨਾ ਪਊ। ਮੰਨ ਲਓ ਆਪਾਂ ਅਪਡੇਟ ਕਰਨਾ ਤਾਂ ਪਹਿਲਾਂ ਕੀ ਆਪਾਂ ਨੂੰ ਸਰਚ ਕਰਨਾ ਪਊ। ਸਰਚ ਕਰਕੇ ਫਿਰ ਆਪਾਂ ਮੈਚ ਕਰਾਂਗੇ ਕਿ ਕੀ ਚੀਜ਼ ਇਹਦੇ ਵਿੱਚ ਸਹੀ ਹੈ, ਕੀ ਚੀਜ਼ਾਂ ਆਪਾਂ ਅਪਡੇਟ ਕਰਨੀਆਂ। ਫਿਰ ਮੈਚਿੰਗ ਤੋਂ ਬਾਅਦ ਆਪਾਂ ਡਿਸੀਜ਼ਨ ਲਵਾਂਗੇ ਹੈ ਨਾ, ਵੀ ਕਿਹੜੀਆਂ ਡਾਟਾ ਜਿਹੜਾ ਹੈਗਾ ਆਪਾਂ ਅਪਡੇਟ ਕਰਨਾ, ਤਾਂ ਉਹ ਡਾਟਾ ਕੀ ਆਪਾਂ ਅਪਡੇਸ਼ਨ ਕਿਊਰੀ ਲਗਾ ਕੇ ਅਪਡੇਟ ਕਰ ਸਕਦੇ ਹਾਂ। ਲਵਾਂਗੇ ਕਿਊਰੀਜ਼ ਦੇ ਅਕੋਰਡਿੰਗ ਹੀ ਇੰਸਰਸ਼ਨ, ਡਿਲੀਸ਼ਨ ਜਾਂ ਫਿਰ ਅਪਡੇਸ਼ਨ ਆਪਣੀ ਹੋਊਗੀ। ਅਤੇ ਇਹਦੀਆਂ ਕਰੈਕਟਰਿਸਟਿਕਸ ਕੀ ਹੈ ਮੈਨੂਪਲੇਸ਼ਨ ਦੀਆਂ। ਡਿਸੀਜ਼ਨ ਐਂਡ ਐਕਸ਼ਨ ਇਨ ਨੌਲੇਜ ਬੇਸਡ ਸਿਸਟਮ ਕਮ ਫਰੋਮ ਮੈਨੂਪਲੇਸ਼ਨ ਆਫ ਨੌਲੇਜ। ਦੇਖੋ ਕਿ ਮੈਨੂਪਲੇਸ਼ਨ, ਜੇ ਆਪਾਂ ਮੈਨੂਪਲੇਟ ਕਰਦੇ ਹਾਂ ਡਾਟਾ ਦੇ ਵਿੱਚ ਚੇਂਜਸ ਵਗੈਰਾ ਕਰਦੇ ਹਾਂ, ਫਿਰ ਕੀ ਆਪਾਂ ਐਕਸ਼ਨ ਪਰਫੋਰਮ ਕਰ ਰਹੇ ਹਾਂ ਉਸ ਟਾਈਮ 'ਤੇ ਆਪਾਂ ਡਿਸੀਜ਼ਨ ਲੈ ਰਹੇ ਹਾਂ ਕੋਈ। ਠੀਕ ਹੈ। ਅਤੇ ਜਿਹੜੇ ਨੋਨ ਫੈਕਟ ਹੈ ਨੌਲੇਜ ਬੇਸ ਦੇ ਵਿੱਚ ਉਹਨਾਂ ਨੂੰ ਕੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਮੈਨੂਪਲੇਸ਼ਨ ਕਰਨ ਵੇਲੇ ਵੀ, ਕਿ ਉਹਦੀ ਲੋਕੇਸ਼ਨ ਕੀ ਹੈ ਕੰਪੇਅਰ ਕਰ ਸਕਦੇ ਹਾਂ, ਕਿਸੇ ਨਾਲ ਆਲਟਰ ਹੁੰਦਾ ਚੇਂਜ ਕਰ ਸਕਦੇ ਹਾਂ, ਕੋਈ ਨਾ ਕੋਈ ਇਹਨਾਂ ਨੂੰ ਲੋਕੇਸ਼ਨ ਨੂੰ ਫਾਈਂਡ ਆਊਟ ਕਰਨ ਦਾ, ਕੰਪੇਅਰ ਕਰਨ ਦਾ ਜਾਂ ਆਲਟਰ ਕਰਨ ਦਾ ਕੋਈ ਨਾ ਕੋਈ ਤਰੀਕਾ ਹੋਊਗਾ, ਸਮ ਵੇ ਹੋਊਗਾ। ਠੀਕ ਹੈ। ਦਿਸ ਪ੍ਰੋਸੈਸ ਮੇ ਸੈਟ ਅਪ ਅਦਰ ਸਬ ਗੋਲਸ। ਤਾਂ ਜਦੋਂ ਆਪਾਂ ਮੈਨੂਪਲੇਟ ਕਰਦੇ ਹਾਂ ਦੇਖੋ ਹੈ ਨਾ, ਤਾਂ ਆਪਾਂ ਕੋਲ ਗੋਲ ਤਾਂ ਆਪਣਾ ਹੁੰਦਾ ਹੈ, ਕੋਈ ਨਾ ਕੋਈ ਆਪਣਾ ਜਿਹੜਾ ਆਪਾਂ ਅਚੀਵ ਕਰਨਾ ਹੁੰਦਾ, ਕਿ ਕੋਈ ਨਾ ਕੋਈ ਆਪਣਾ ਨਿਸ਼ਾਨਾ ਮਿੱਥਿਆ ਹੋਇਆ ਹੈ ਨਾ, ਜਿਹੜਾ ਨੌਲੇਜ ਨੂੰ ਲੈ ਕੇ ਯੂਜ਼ ਕਰਨਾ। ਤਾਂ ਉਹਦੇ ਵਿੱਚ ਕੀ ਹੈ, ਜਦੋਂ ਆਪਾਂ ਮੈਨੂਪਲੇਸ਼ਨ ਕਰਦੇ ਹਾਂ ਤਾਂ ਆਪਣੇ ਕੋਲ ਕੁਛ ਕੁ ਸਬ ਗੋਲਸ ਵੀ ਜਿਹੜੇ ਹੈਗੇ ਨਿਕਲ ਕੇ ਬਾਹਰ ਆਉਂਦੇ ਨੇ। ਅਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਤਾਂ ਰਿਕੁਆਇਰ ਸਰਟੇਨ ਅਮਾਊਂਟ ਆਫ ਸਰਚਿੰਗ ਐਂਡ ਮੈਚਿੰਗ। ਤਾਂ ਕੋਈ ਆਪਾਂ ਮੈਨੂਪਲੇਸ਼ਨ ਕਰਨ ਲਈ ਆਪਾਂ ਨੂੰ ਕੀ ਹੈ ਡਾਟੇ ਨੂੰ ਸਰਚ ਕਰਨਾ ਪਊ, ਮੈਚ ਕਰਨਾ ਪਊ, ਫਿਰ ਹੀ ਆਪਾਂ ਉਹਦੇ ਵਿੱਚ ਕੀ ਹੈ ਮੈਨੂਪਲੇਸ਼ਨ ਕਰ ਸਕਦੇ ਹਾਂ। ਨੈਕਸਟ ਇਸ਼ੂਜ਼ ਇਨ ਔਰਗਨਾਈਜੇਸ਼ਨ ਐਂਡ ਮੈਨੂਪਲੇਸ਼ਨ। ਜਦੋਂ ਆਪਾਂ ਕੋਈ ਡਾਟਾ ਦਾ ਸਟਰਕਚਰ ਤਿਆਰ ਕਰ ਰਹੇ ਹਾਂ, ਨੌਲੇਜ ਦਾ ਆਪਣਾ ਸਟਰਕਚਰ ਤਿਆਰ ਕਰ ਰਹੇ ਹਾਂ, ਤਾਂ ਜਾਂ ਮੈਨੂਪਲੇਟ ਕਰ ਰਹੇ ਹਾਂ, ਅਪਡੇਟ ਕਰ ਰਹੇ ਹਾਂ, ਚੇਂਜਸ ਕਰ ਰਹੇ ਹਾਂ ਉਹਦੇ ਵਿੱਚ, ਤਾਂ ਉਦੋਂ ਆਪਣੇ ਕੋਲ ਕੀ ਇਸ਼ੂਜ਼ ਕ੍ਰੀਏਟ ਹੁੰਦੇ ਨੇ। ਫਸਟ ਦੇਖੋ, ਹਾਊ ਡੂ ਪੀਪਲ ਰੀਪ੍ਰਜੈਂਟ ਨੌਲੇਜ। ਸਭ ਤੋਂ ਪਹਿਲਾਂ ਤਾਂ ਇਸ਼ੂ ਇਹੀ ਹੁੰਦਾ ਕਿ ਜਿਹੜਾ ਲੋਕਾਂ ਨੂੰ ਨੌਲੇਜ ਕਿਸ ਤਰੀਕੇ ਚਾਹੀਦੀ ਹੈਗੀ ਹੈ, ਨੌਲੇਜ ਲੋਕ ਕੀ ਸੋਚਦੇ ਆ ਕਿ ਨੌਲੇਜ ਉਹਨਾਂ ਨੂੰ ਕਿਸ ਤਰੀਕੇ ਰੀਪ੍ਰਜੈਂਟ ਕੀਤੀ ਹੋਵੇ। ਵਟ ਇਜ਼ ਦਾ ਨੇਚਰ ਆਫ ਨੌਲੇਜ, ਨੌਲੇਜ ਦਾ ਨੇਚਰ ਕਿਵੇਂ ਹੋਊਗਾ, ਕਿਸ ਤਰੀਕੇ ਦਾ ਸਟਰਕਚਰ ਹੋਊਗਾ, ਉਹਨੂੰ ਐਕਸੈਸ ਕਰਨ ਦਾ ਮੈਥਡ ਕੀ ਹੋਊਗਾ, ਯੂਜ਼ਰ ਕਿਸ ਮੈਥਡ ਦੇ ਅਕੋਰਡਿੰਗ ਜਿਹੜਾ ਨੌਲੇਜ ਨੂੰ ਐਕਸੈਸ ਕਰ ਸਕਦਾ, ਇਹਨੂੰ ਔਰਗਨਾਈਜ਼ਡ ਕਿਵੇਂ ਕਰਨਾ ਹੈਗਾ, ਅਤੇ ਇਹਨੂੰ ਮੈਨੂਪਲੇਟ ਕਿਵੇਂ ਕਰਨਾ। ਮੈਨੂਪਲੇਸ਼ਨ ਲਈ ਕੀ ਹੈ ਡਾਇਰੈਕਟ ਮੈਨੂਪਲੇਸ਼ਨ ਹੋਊਗੀ ਜਾਂ ਕਿਊਰੀਜ਼ ਲੱਗਣਗੀਆਂ ਜਾਂ ਕੋਈ ਸਪੈਸ਼ਲ ਪਰਮਿਸ਼ਨ ਦੀ ਲੋੜ ਹੋਊਗੀ ਮੈਨੂਪਲੇਟ ਕਰਨ ਲਈ। ਤਾਂ ਇਹ ਸਾਰੇ ਕੀ ਇਸ਼ੂਜ਼ ਆਪਣੇ ਹੈ ਜਿਹੜੇ ਹੈਗੇ ਨੇ ਸਾਹਮਣੇ ਆਉਂਦੇ ਨੇ। ਇਹਦੇ ਨਾਲ ਹੀ ਜਿਹੜਾ ਆਪਣਾ ਹੈਗਾ ਸੈਕਸ਼ਨ ਏ ਹੈ ਜਿਹੜਾ ਪੂਰਾ ਕੰਪਲੀਟ ਹੋ ਗਿਆ। ਜੇਕਰ ਕੋਈ ਤੁਹਾਨੂੰ ਸੈਕਸ਼ਨ ਏ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਨਾਲ ਦੀ ਨਾਲ ਮੈਥੋਂ ਪੁੱਛ ਸਕਦੇ।